ਭਗਵਾਨ ਦੀ ਜੈ। ਇਹ ਜਿਹੜਾ ਸਰੂਪ ਤੁਸੀਂ ਦੇਖ ਰਹੇ ਹੋ ਸ਼ਹਿਨशाह जी ਦੇ ਸਿੰਘਾਸਨ ਉੱਪਰ, ਇਸ ਦੀ ਬਹੁਤ ਹੀ ਗਹਿਰੀ ਸਿਗਨੀਫੀਕੈਂਸ ਆ। ਜਿਵੇਂ ਇਹ ਇਸ਼ਾਰਾ ਕੀਤਾ ਪ੍ਰਭੂ ਨੇ, ਇਸ ਤਰ੍ਹਾਂ ਇਸ ਤੋਂ ਦੋ ਗੱਲਾਂ ਦਰਸਾਉਂਦੀਆਂ। ਇਹ ਜੋ ਸੰਭਲ ਨਰੇਸ਼ ਆ ਪਾਰ ਬ੍ਰਹਮ ਪਰਮੇਸ਼ਵਰ ਵਾਲੀ ਦੋ ਜਹਾਨ 994 ਤੋਂ ਬਾਅਦ ਆਉਣ ਵਾਲਾ, ਇਸ ਤੋਂ ਪਹਿਲਾਂ ਅੱਜ ਤੱਕ ਸ੍ਰਿਸ਼ਟੀ ਤੇ ਇਹ ਇਸ਼ਾਰਾ ਕਿਸੇ ਨੇ ਨਹੀਂ ਦਰਸਾਇਆ। ਇਹ ਚੀਜ਼ ਕਿਸੇ ਨੇ ਨਹੀਂ ਰਿਪਰੈਜ਼ੈਂਟ ਕੀਤੀ ਇਸ ਤਰ੍ਹਾਂ। ਇਹਦੇ ਵਿੱਚ ਪਰਮੇਸ਼ਰ ਨੇ ਪਹਿਲੀ ਵਾਰ ਇਸ ਤਰ੍ਹਾਂ ਆ ਕੇ ਮਾਤ ਲੋਕ ਤੇ ਦੱਸਿਆ ਕਿ ਜੋ ਉਹ ਆ, ਜੋ ਉਹ, ਕਿਉਂਕਿ ਗੁਰੂ ਪੀਰ ਅਵਤਾਰ ਪੈਗੰਬਰ ਜਿੰਨੇ 18 ਭਗਤ, ਜਿੰਨੀਆਂ ਵੀ ਤਾਕਤਾਂ ਅੱਜ ਤੱਕ ਮਾਤ ਲੋਕ ਤੇ ਆਈਆਂ, ਉਹਨਾਂ ਨੇ ਅੱਜ ਤੱਕ ਇਸ਼ਾਰਾ ਕੀਤਾ ਵੀ ਉਹ ਆ। ਇਹ ਪਹਿਲੀ ਵਾਰ ਨਰੇਸ਼ ਨੇ ਇਸ਼ਾਰਾ ਕੀਤਾ ਕਿ ਜੋ ਉਹ ਆ, ਜੋ ਉੱਪਰ ਆ, ਉਹ ਆ, ਉਹ ਇਹ ਆ। ਜਾਂ ਤੁਸੀਂ ਇਸ ਨੂੰ ਰਿਵਰਸੀਬਲ ਵੀ ਕਹਿ ਸਕਦੇ ਆ। ਪਰਮੇਸ਼ਰ ਨੇ ਕਿਹਾ ਕਿ ਜੋ ਇਹ ਆ, ਜੋ ਇਹ ਸਾਹਮਣੇ ਮੁਖਾਤਬ ਆ, ਸਾਖਿਆਤ ਹਾਜ਼ਰ ਆ, ਉਹ ਆ, ਉਹ ਆ। ਔਰ ਇਹ ਕੁਛ ਲਾਈਨਾਂ ਆ ਸ਼ਹਿਨशाह जी ਦੀ ਸਿਫਤ ਵਿੱਚ। ਵੈਸੇ ਤੇ ਪਰਮੇਸ਼ਰ ਨੇ ਕਿਹਾ ਕਿ ਇਸ ਦੀ ਸਿਫਤ ਜਿੰਨੀ ਮਰਜ਼ੀ ਕਰ ਲਓ, ਇਸ ਨੂੰ ਨਹੀਂ ਫਰਕ ਪੈਂਦਾ। ਇਸ ਜਿਹੜੀ ਜ਼ਬਾਨ ਇਸ ਦੀ ਸਿਫਤ ਕਰਦੀ ਆ ਉਸ ਨੂੰ ਫਰਕ ਪੈਂਦਾ। ਇਸ ਦੀ ਨਿੰਦਿਆ ਜਿੰਨੀ ਮਰਜ਼ੀ ਕਰ ਲਓ, ਇਹ ਐਡੀ ਵੱਡੀ ਸ਼ਖਸੀਅਤ ਆ ਕਿ ਇਸ ਦੀ ਨਿੰਦਿਆ ਕਰ ਲਓ, ਇਸ ਨੂੰ ਤਾਂ ਨਹੀਂ ਫਰਕ ਪੈਂਦਾ। ਉਸ ਜ਼ਬਾਨ ਨੂੰ ਪੈਂਦਾ ਜਿਹੜੀ ਨਿੰਦਿਆ ਕਰਦੀ ਆ, ਉਸ ਜ਼ਬਾਨ ਨੂੰ ਪੈਂਦਾ ਜਿਹੜੀ ਇਹਦੀ ਸਿਫਤ ਕਰਦੀ ਆ। ਇਸ ਨੂੰ ਇਹ ਸਿਫਤਾਂ ਤੋਂ ਵੀ ਬਾਹਰ ਤੇ ਨਿੰਦਿਆ ਤੋਂ ਵੀ ਬਾਹਰ ਐਡੀ ਬਿਆਨ ਤਾਕਤ ਆ। ਇਹ ਕੁਛ ਲਾਈਨਾਂ ਪ੍ਰਭੂ ਦੀ ਸਿਫਤ ਵਿੱਚ ਕਹਿਣਾ ਚਾਹੁੰਦੀ ਆ, ਤੇ ਫਿਰ ਦੋ ਲਾਈਨਾਂ ਦੀ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕਰੂੰਗੀ, ਜੋ ਕਿ 3 ਨੰਬਰ ਗ੍ਰੰਥ ਵਿੱਚ ਆ, ਕਿਉਂਕਿ ਅਸੀਂ ਪੈਰ ਪੈਰ ਤੇ ਗਲਤੀਆਂ ਕਰਦੇ ਹਾਂ। ਜੇ ਕਹੇ ਪੂਰਨ ਸਿੰਘ ਕੀਤਾ ਦਗਾ, 7 ਰੰਗ ਕਹਿਣ ਇਹ ਵੀ ਦਈਏ ਜਣਾਈਆ। ਬਿਨਾ ਪੂਰਨ ਤੋਂ ਪੂਰਨ ਪ੍ਰਭ ਦਾ ਚੱਲੇ ਕੋਈ ਨਾ ਅੱਗਾ। ਪਿੱਛਾ ਸਮਝ ਕਿਸੇ ਨਾ, ਪਿੱਛਾ ਸਮਝ ਨਾ ਕਿਸੇ ਸਮਝਾਈਆ। ਦੇਖੋ ਆ ਜੋ ਲਾਈਨਾਂ ਲਿਖੀਆਂ ਗਈਆਂ ਬਾਣੀ ਦੇ ਵਿੱਚ, ਉਹ ਪੱਥਰ ਤੇ ਲਕੀਰ ਆ। ਪਰਮੇਸ਼ਰ ਨੇ ਸਾਫ਼ ਕਿਹਾ ਕਿ ਇਸ ਤੋਂ ਪਿੱਛੇ ਕੀ ਖੇਲ ਹੋਈਆਂ। ਪਿੱਛਾ ਸਮਝ ਨਾ ਕਿਸੇ ਸਮਝਾਈਆ। ਸਾਫ਼ ਆ, ਇਹਦੇ ਅਰਥ ਕਰਨ ਦੀ ਜ਼ਰੂਰਤ ਹੀ ਨਹੀਂ ਆ। ਇਹ ਇੱਥੇ ਉੱਥੇ ਸਦਾ ਇੱਕੋ ਲੈਂਦੇ ਮਜ਼ਾ, ਦੂਜਾ ਰਸ ਨਾ ਕੋਈ ਵਿਖਾਈਆ। ਹੁਣ ਲੋਕ ਮਾਤ ਦੀ ਕਰਨ ਆਏ ਗਜਾ, ਭਗਤਾਂ ਅੰਦਰ ਫਿਰ ਵੇਖ ਵਿਖਾਈਆ। ਉਹ ਬਿਨਾ ਪੂਰਨ ਤੋਂ ਪੂਰਨ ਪ੍ਰਭੂ ਨੂੰ ਲੱਭੀ ਕੋਈ ਨਾ ਜਗ੍ਹਾ। ਪੂਰਨ ਤੋਂ ਪੂਰਨ ਪ੍ਰਭ ਨੂੰ ਲੱਭੀ ਕੋਈ ਨਾ ਜਗ੍ਹਾ। ਆਸਨ ਸੋਭਾ ਕੋਈ ਨਾ ਪਾਈਆ। ਛੱਡ ਕੇ ਦੀਨ ਦੁਨੀਆ ਦੀ ਹੱਦਾਂ ਹਰਜੂ, ਆਪਣੇ ਘਰ ਡੇਰਾ ਲਾਈਆ। ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਆ ਵਿਖਾਈਆ। ਇਸ ਬਾਣੀ ਨੂੰ ਅਗਲੀਆਂ 2 ਲਾਈਨਾਂ ਹੋਰ ਵੀ ਸਪਸ਼ਟੀਕਰਨ ਕਰਨਗੀਆਂ। ਇਹ ਲਾਈਨਾਂ ਤੋਂ ਦੇਖਿਓ, ਇਹਨੂੰ ਐਕਸਪਲੇਨ ਕਰਨ ਦੀ ਲੋੜ ਹੀ ਨਹੀਂ, ਲਾਈਨਾਂ ਹੀ ਸਾਰਾ ਕੁਝ ਕਹਿ ਜਾਣਾ। ਜੋ ਪਿਆਸਾ ਸਤਿਗੁਰ ਚਰਨ ਪ੍ਰੀਤੀ ਭੁੱਖ ਦਾ। ਜੋ ਪਿਆਸਾ ਸਤਿਗੁਰ ਚਰਨ ਪ੍ਰੀਤੀ ਭੁੱਖ ਦਾ, ਮਨਸਾ ਆਸਾ ਆਪ ਜਣਾਈਆ। ਉਸ ਦਾ ਸੰਗੀ ਹੋਵੇ ਆਪ ਦੁੱਖ ਸੁੱਖ ਦਾ, ਦੁੱਖ ਸੁੱਖ ਵਿੱਚ ਬਦਲਾਈਆ। ਉਹ ਗੋਬਿੰਦ तेरा पहला नाता गुजरी कुख दा हुण शब्दी रूप वटाइया।
ਗੋਬਿੰਦ ਉਹ ਇਹ ਨਹੀਂ ਕਹਿਣਾ ਵੀ ਉਹ ਤਤ ਗੋਬਿੰਦ ਸੀ। ਹੁਣ ਜਿਵੇਂ ਬਾਣੀ ਚ ਆਉਂਦਾ ਗੋਬਿੰਦ 3 ਵਾਰ, ਗੋਬਿੰਦ ਗੋਬਿੰਦ ਗੋਬਿੰਦ। ਇੱਕ ਗੋਬਿੰਦ ਕੌਣ ਆ? ਮਾਸ਼ੂਵਾੜੇ ਦੇ ਜੰਗਲਾਂ 'ਚ। ਇੱਕ ਗੋਬਿੰਦ ਕੌਣ ਆ? ਜੋ ਸ਼ਬਦ ਆ। ਇੱਕ ਗੋਬਿੰਦ ਕੌਣ ਆ? ਜੋ ਅਕਾਲ ਪੁਰਖ ਆ। ਸ਼ਾਇਦ ਉਹ ਅਕਾਲ ਪੁਰਖ ਗੋਬਿੰਦ ਦੀ ਸਾਨੂੰ ਵੀ ਸਮਝ ਨਾ ਆਉਂਦੀ ਜੇ ਮਹਾਰਾਜ ਦੀ ਬਾਣੀ ਦੇ ਕੈਸਟ ਦੇ ਉਹ ਅਰਥ ਨਾ ਸੁਣਦੇ। ਤੇ ਜਿਵੇਂ ਮਹਾਰਾਜ ਨੇ ਉੱਥੇ ਸੀਤਾ ਰਾਮ ਦੇ ਅਰਥ ਸਮਝਾਏ, ਅਸੀਂ ਸੋਚਿਆ ਜਦੋਂ ਸੀਤਾ ਰਾਮ ਪੜ੍ਹੀਏ ਬਾਣੀ ਵੀ ਉਹ ਸੀਤਾ ਰਾਮ, ਮਹਾਰਾਜ ਨੇ ਕਿਹਾ ਉਹ ਨਹੀਂ ਸੀਤਾ ਰਾਮ। ਸੀਤਾ ਕੌਣ ਆ? ਆਤਮਾ। ਰਾਮ ਕੌਣ ਆ? ਪਰਮੇਸ਼ਰ। ਉੱਥੇ ਫਿਰ ਦੱਸਿਆ ਮਹਾਰਾਜ ਨੇ ਸੀਤਾ ਰਾਮ ਦੇ ਅਰਥ ਕੀਤੇ ਪਰਮੇਸ਼ਰ ਔਰ ਆਤਮਾ ਦਾ ਜਿਹੜਾ ਜੋੜ ਆ। ਔਰ ਉੱਥੇ ਪਰਮੇਸ਼ਰ ਨੇ ਦੱਸਿਆ ਕਿ ਗੋਬਿੰਦ ਕੌਣ ਆ? ਅਕਾਲ ਪੁਰਖ। ਅਕਾਲ ਪੁਰਖ ਨੂੰ ਪਰਮੇਸ਼ਰ ਨੇ ਗੋਬਿੰਦ ਕਿਹਾ। ਔਰ ਫਿਰ ਆਉਂਦਿਆ ਇਹੋ ਜਿਹਾ ਪਰਮੇਸ਼ਰ ਗਿਨੇ। ਇਧਰ ਕਿਚਨ ਚੋਂ ਆਵਾਜ਼ ਬਹੁਤ ਆਉਣ ਡਈ ਆ। ਇਹੋ ਜਿਹਾ ਪਰਮੇਸ਼ਰ ਜੁਗ ਚੌਂਕੜੀ ਕਦੇ ਨਹੀਂ ਆਉਂਦਾ, ਜੋ ਬਿਨ ਸੱਦਿਆਂ ਪੁੱਛਿਆਂ ਸਭ ਨੂੰ ਪਾਰ ਲਗਾਈਆ। ਬਿਨ ਸੱਦਿਆਂ ਬਿਨ ਪੁੱਛਿਆਂ ਸਭ ਨੂੰ ਪਾਰ ਲਗਾਈਆ। ਕਰਤਾ ਕੀਮਤ ਕੋਏ ਨਹੀਂ ਪਾਉਂਦਾ, ਹਿੱਸਾ ਜਗਤ ਨਾ ਕੋਈ ਵਡਿਆਈਆ। ਜੋ ਜਨ ਭਗਤ ਸਰਨਾਈ ਢਹਿ ਕੇ ਸੀਸ ਨਿਵਾਉਂਦਾ, ਤਿਸ ਦਾ ਸੀਸ ਜਗਦੀਸ਼ ਆਪਣੀ ਝੋਲੀ ਪਾਈਆ। ਜਨਮ ਜਨਮ ਦੀ ਭੁੱਲ ਬਖਸ਼ਾਉਂਦਾ, ਬਖਸ਼ਿਸ਼ ਆਪਣੇ ਹੱਥ ਰਖਾਈਆ। ਹਰ ਸੰਗਤ ਜੀ, ਉਹ ਮੇਰੇ ਕੋਲ ਲਾਈਨਾਂ ਨਹੀਂ, ਪਰ ਉਹ ਲਾਈਨਾਂ ਇਹਦੇ ਨਾਲ ਟੁੱਕ ਰਹੀਆਂ। ਮੈਂ 2 ਲਾਈਨਾਂ ਤੁਹਾਨੂੰ ਦੱਸੂਗੀ। ਉਹਦੇ ਵਿੱਚ ਆਉਂਦਾ ਕਿ ਪਰਮ ਪੁਰਖ ਦੀ ਪਰਮ ਪੁਰਖ ਗਾਵੇ ਬਾਣੀ। ਇਸ ਤਰ੍ਹਾਂ ਬਾਣੀ ਦੀਆਂ ਲਾਈਨਾਂ, ਮੈਂ ਰੈਫਰੈਂਸ ਗ੍ਰੰਥ ਨੰਬਰ ਵੀ ਆ। ਪਰਮ ਪੁਰਖ ਦੀ ਪਰਮ ਪੁਰਖ ਗਾਵੇ ਗਾਣੀ, ਜਿਸ ਦੇ ਤੀਰਥ ਉਸੇ ਦਾ ਪਾਣੀ। ਤੇ ਕਲਯੁਗ ਨੇ ਵੇਖੋ ਕਿਸ ਤਰ੍ਹਾਂ ਦਾ ਪਸਾਰਾ ਕੀਤਾ। ਜ਼ੋਰ ਵੀ ਬੜਾ ਉਹਦਾ, ਹਰ ਜਗ੍ਹਾ ਬਹੁਤ ਜ਼ੋਰ ਆ, ਸਾਡੀ ਚੱਲਣ ਹੀ ਨਹੀਂ ਦਿੰਦਾ। ਕਿਉਂਕਿ ਜਿਹੜੀ ਪਰਮੇਸ਼ਰ ਦੇ ਨਾਲ ਲਿਵ ਲੱਗਣੀ ਆ ਜਾਂ ਪਰਮੇਸ਼ਰ ਦੇ ਨਾਲ ਧਿਆਨ ਲੱਗਣਾ, ਇਸ ਦੀ ਗੱਲ ਆਪਾਂ ਇਸ ਚੀਜ਼ ਤੋਂ ਸਮਝਾਂਗੇ। ਇੱਕ ਲਿਖਤ ਆ ਬਾਣੀ ਦੇ ਵਿੱਚ, ਵਿਸਾਖ ਕਹੇ ਮੈਂ ਵਾਸਤਾ ਪਾਉਣਾ। ਉਹਦੇ ਵਿੱਚ ਇੱਕ ਵਿਧੀ ਲਿਖੀ ਗਈ ਆ ਕਿ ਤੁਸੀਂ ਜੇ ਇਸ ਤਰ੍ਹਾਂ ਕਰੋਗੇ, ਰਾਤ ਨੂੰ 12 ਵਜੇ ਉੱਠ ਕੇ ਬਾਅਦ ਪਰਮੇਸ਼ਰ ਦਾ ਇਸ ਤਰ੍ਹਾਂ ਨਾਂ ਧਿਆਓਗੇ, ਤੇ ਤੁਹਾਨੂੰ 9 ਦਿਨ ਬਾਅਦ ਸਾਖਿਆਤ ਪਰਮੇਸ਼ਰ ਸਾਹਮਣੇ ਨਜ਼ਰੀ ਆਊਗਾ। ਹੁਣ ਦਿਨ ਕਿੰਨੇ ਭਗਤੀ ਦੇ? 9। ਟਾਈਮ ਕਿਹੜਾ, ਸਮਾਂ ਕਿਹੜਾ? ਇਸ ਗੱਲ ਨੂੰ ਦੇਖਿਓ, ਪੂਰੀਆਂ ਲਾਈਨਾਂ ਨੂੰ ਦੇਖਿਓ ਕਿਵੇਂ ਆਉਂਦੀਆਂ। ਸਮਾਂ ਕਿਹੜਾ? ਪਹਿਲੀ ਪਹਿਰ, ਰਾਤ 12 ਵਜੇ ਤੋਂ ਬਾਅਦ। ਕਿਵੇਂ ਬਾਣੀ ਕਹਿੰਦੀ ਆ, ਚਿੱਟੀ ਚਾਦਰ ਵਿਛਾ ਕੇ, ਚਿੱਟੇ ਕੱਪੜੇ ਪਾ ਕੇ, ਤੇ ਤੁਸੀਂ ਕਿਵੇਂ ਸੋਹਣ ਸੋ ਦਾ ਨਾਮ ਜਪਾਉਣਾ। ਤੇ ਉਹਦੇ ਵਿੱਚ ਪੂਰੀ ਵਿਧੀ, ਜਦੋਂ ਵਿਸਾਖ ਕੇ ਮੈਂ ਵਾਸਤਾ ਪਾਉਣਾ, ਉਹ ਤੋਂ ਆਪਾਂ ਥੋੜੀ ਜਿਹੀ ਪੜ੍ਹ ਕੇ ਫਟਾਫਟ ਰੱਬ ਦਾ ਨਾਮ ਜਪਣਾ ਸ਼ੁਰੂ ਕਰ ਦਿੰਦੇ। ਲੇਕਿਨ ਅੱਗੇ ਜਿਹੜੀਆਂ ਲਾਈਨਾਂ ਉਹ ਪਹਿਲੀ ਚੀਜ਼ ਨੂੰ ਜਸਟੀਫਾਈ ਕਰ ਦਿੰਦੀਆਂ, ਪਹਿਲੀ ਚੀਜ਼ ਨੂੰ ਕਲੀਅਰ ਕਰ ਦਿੰਦੀਆਂ। ਹੁਣ ਉਸ ਚੀਜ਼ ਦੀ ਵੇਖਿਓ, ਉੱਥੇ ਸ਼ਬਦ ਕਹਿੰਦਾ ਵੀ ਹੇ ਅਕਾਲ ਪੁਰਖ, ਵੀ ਤੂੰ ਇਹਨਾਂ ਭਗਤਾਂ ਨੂੰ ਕਿਹੜੇ ਚੱਕਰ ਚ ਪਾਉਣ ਡਿਆ? ਵੀ ਪ੍ਰਭੂ ਤੂੰ ਮੈਨੂੰ ਇਹ ਦੱਸ ਵੀ ਜੇ ਤੇਰੇ ਕਿਸੇ ਭਗਤ ਦਾ ਕੋਈ ਡੰਗਰ ਬਿਮਾਰ ਹੋਊਗਾ, ਉਹਦਾ ਧਿਆਨ ਤੈਨੂੰ ਜਪਣ ਚ ਹੋਊਗਾ, ਤੇਰੇ ਨਾਲ ਪਿਆਰ ਕਰਨ ਚ ਹੋਊਗਾ, ਤੇਰੇ ਚਰਨਾਂ ਨੂੰ ਧਿਆਉਣ ਨੂੰ ਹੋਊਗਾ, ਕਿ ਉਹ ਆਪਣੇ ਡੰਗਰ ਵੱਲੋਂ ਉਹਦੀ ਪਰੇਸ਼ਾਨੀ ਚ ਉਹਦਾ ਧਿਆਨ ਹੋਊਗਾ? ਹੇ ਪ੍ਰਭੂ ਤੂੰ ਇਹ ਦੱਸ ਵੀ ਜੇ ਕਿਸੇ ਨੂੰ ਘਰ ਕੋਈ ਪ੍ਰੋਬਲਮ ਹੋਊਗੀ, ਉਹਦਾ ਧਿਆਨ ਉਹਦੇ ਚ ਹੋਊਗਾ ਕਿ ਤੈਨੂੰ ਧਿਆਊਗਾ? ਤੂੰ ਇਹਨਾਂ ਨੂੰ ਕਿਹੜੇ ਚੱਕਰ ਚ ਪਾਉਣ ਡਿਆ? ਫਿਰ ਵੇਖੋ ਐਡਾ ਬੇਅੰਤ ਮਾਲਕ। ਮੈਂ ਇਹ 2 ਲਾਈਨਾਂ ਚ ਦੱਸਣਾ ਚਾਹੁੰਦੀ, ਕਿਉਂਕਿ ਉਹ ਕਿੱਡਾ ਬੇਅੰਤ ਆਇਆ ਸੀਗਾ। ਦਿਆਲੂ ਜੀ ਜਦੋਂ ਦਿਆਲ ਹੋਏ, ਉਹਨਾਂ ਨੇ ਇੰਝ ਹੀ ਕਿਰਪਾ ਕਰਤੀ। ਉਹਨਾਂ ਕਿਹਾ ਠੀਕ ਆ। ਉਸ ਬਾਣੀ ਚ ਲਾਸਟ ਲਾਈਨਾਂ ਆਉਂਦੀਆਂ, ਘਰ ਨੂੰ ਜਾਣ ਲੱਗਿਆ
किस तरह जदों अपने घरां नूं जांदे आ, घर नूं जाण लग्गिया जदों हर भगत द्वार दे दरवाजे अगे खलो के 9 वार उत्थों दे मस्तक दी धूड़ अपने मस्तक नूं लाउणगे, उस दा फल 9 दिन दी भगती रात नूं 12 वजे उठ के बाद ਜਿਹੜਾ ਜਿਵੇਂ ਜਾਪ ਕਰਨਾ ਸੀ, ਹੁਣ ਉਹ 9 ਦਿਨ ਦਾ ਫਲ ਪਰਮੇਸ਼ਰ ਨੇ 9 ਸਕਿੰਟ ਦੇ ਵਿੱਚ, ਉਹਨਾਂ ਕਿਹਾ ਮੇਰੇ ਖਿਆਲ 9 ਸਕਿੰਟ ਵੀ ਨਹੀਂ ਲੱਗਦੇ, ਜਦੋਂ ਆਪਾਂ ਹਰ ਭਗਤ ਦੁਆਰ ਦੇ ਅੱਗੋਂ ਚਰਨ ਧੂੜ ਮਸਤਕ ਨੂੰ ਲਾਉਨੇ ਆ, ਉਹਨਾਂ ਕਿਹਾ ਫਲ ਸੇਮ ਬਰਾਬਰ ਹੋਊਗਾ। लेकिन कईयां ने लिखत तो अगे नहीं पढ़ी, तो मेरे वर्गे पहलों ही लिखत पढ़ के फटाफट कहते भी रब का नाम लै लीए, जाप कर लीए। इस तरह का ही मेरे वर्गा वीर एक कोटा बूंदी वो कहता मंजी ते बह गया चादर विछा के, लेकिन वो 9 दिन तो पूरे इन्ने ही होने देने ना, इन्हें पूरे नहीं होने देने। वो 5वें दिन जो शुरू किया रब का सोहम सो का जाप, ते मंजी ते बह के पाठ कर लिया, ते अगे आ गया सप, तो सारा कुछ भुल गया, कित्थों जाप चेते रहना ही, मार के छाल मंजी थल्यों। इस करके कहण दा भाव है कि एडा बेअंत, एडा परमेशर, एडा बख्शिश वाला अज तक 994 चौकड़ी तो पहलों ना आया ते ना आना, क्योंकि बाणी कहती आ 994 चौकड़ी युग बाद फिर पूरन सिंह दा शरीर जमना, जिसनू संभल नरेश सब ने कहना। ये जो संभल आ ये 5 तत्त काया दा नहीं, ये शब्द शरीर आ, बाणी दे विच इस चीज दा प्रूफ आ कि वो 5 तत्त काया पुतला नहीं सीगा। और हुण ये देखियो 2 लाइना, क्योंकि कलयुग ने वेखो किवें दे किस तरह का चक्कर पाया कि साडी बुद्धि नूं, बुद्धि वाले की कहंदे, बुद्धि वाले की कहंदे, ये जिहड़ी अकल है इसदी कोई वैल्यू नहीं आ, अकल दी इसदी कोई वैल्यू नहीं। अकल की कहंदी है, उन्होंने की करता संसार दे विच परमेशर नूं दिमाग की तकड़ी च तोल के रखता, किस तरह जोत दे आधार ते, भी जोत पहलों कित्थे फिर बाद च कित्थे, उस तरह दिमाग की तकड़ी तोलता। ते बाणी वेखियो की कहंदी आ भी तुसीं असीं की उहनूं इस तरह कर सकदे। ये 2 मिनट दीयां लाइनां देखियो, ओ वेख लै गोबिंदा निर्गुण जोत एक जट दी बन गई जट्टी, जोबन अपना गई हंडाइया, ना कोई अखर पढ़दी ना कोई लिखदी पट्टी, मूसा कहे उस दे हुक्म विच सानू भरनी पैनी चट्टी, कलयुग कहे मेरी डोरी जानी कट्टी, कटाकश अपना नाम जगाइया। अगे देखियो, जोत अकालन वरिया जट, जोत अकालन कहंदी आ, जोत कहंदी मैं केदी जनानी आ, केदी जट्टी आ, जट दी। जोत कालन वरिया जट नाता तोड़ संसार, कहंदी मैं सारे संसार तो नाता तोड़ के सारा संसार छड्ड के इस जट नूं वर लिया, जेड़ा 184 अपने अंदर दे कत। फिर की कहंदी आ, देखो पूरा जट वाला रूप दर्शाया बाणी दे विच। फिर मारे ना अजे डकार, मैं नमाणी कोजी कमली की देवा मत, कहंदी मैं निमाणी कोजी कमली, मेरी की वैल्यू आ, ओ मैं इस जट नूं की मत दवां, मेरी अंत समझे ना जट गवार। जोत कहंदी मेरी ते जट गवार समझदा ही कुछ नहीं, मैनू ते समझदा ही कुछ नहीं आ। क्यों नहीं समझदा? बाणी अगे आऊगी, जे अगे बोला, जोत कहंदी जे मैं इस जट दे अगे माड़ा जिहा भी कुछ मूँह चों बोला, अगों जे अगे बोला सिर प्राणी देवे घत, जे मैं जट दे अगे कुछ बोलदी हाँ मेरी वाह नहीं चलदी, मेरे सिर नूं ते प्राणी दा पता ना वो की हुंदी, किसानां दी प्राणी ओनू सोटी कहंदे आ, कहंदी जट ते मेरी पेश जान ही नहीं दिंदा, जे मैं मूँह खोलदी माड़ा जिहा मेरे सिर च सोटी मारदा,
जे अगे बोला सिर प्राणी देवे घत, उठ ना सका दूजी वार। जे एक बार मैनू सोटी मार दिंदा है जट, फिर मैं दूजी वार उठ ही नहीं पाउंदी। जोत कहंदी आ जे फिर कहंदी आ उठ ना सका दूजी वार। जे उठन लगा कहंदी जे दूजी वार मैं कोशिश करके उठन भी लगदी आ ते जट अगों की करदा, जे उठन लगा उत्तों मारे लत, सोटी ते मारदा मैनू सुटदा, मैं उठ नहीं सकदी, फिर लत मार के मैनू फिर सुट दिंदा। जोत कहंदी आ सुट्टे मुंह दे भार, जे मुंह चक्कन लगा उत्ते रखे चरण कवल सहार। कहंदी जे मैं उठन लगदी आ ते बाद च मेरे मूंह नूं की ला दिंदा, अपने चरण ला दिंदा, चरनां दी छोह ला दिंदा। मेरा दुख सारा लथा ते जदों प्रभु दे चरनां दी छोह मिल जांदी आ, फिर कहंदी मेरा ते दुख ही हुण सारा ही लथ गया। जिस वेले मिली चरण धूड़ी एकाशार, होई वड भागण मिलिया पुरख समरथ। देखो उसकी चरनां दे धूड़ मिलना, जोत की दृष्टि चेंज होगी, उसकी सोचनी चेंज होगी। वो कहंदी जिस वेले मैं मुंह चखण लगा उत्ते रखे चरण कवल सहार, मेरा दुख सारा लथा। जिस वेले मिली चरण धूड़ी एकाशार, होई वड वड भागण मिलिया पुरख समरथा। एक अकला एक ओंकार, मिल मिल मैं खुशी खुशी नसा, कर सच प्यार। हुण ओह कहंदी जदों उसके चरनां दी छोह मिल जांदी आ, उसके चरनां दी चरण धूड़ मिल जांदी आ, फिर मैं खुशी खुशी नसन लग जानी आ। फिर मैनू सारा दुख भुल जांदा, फिर मैं इक्को ही उसके चरनां नाल सच प्यार करदी आ। जो कि बाणी दा भी तुसीं मूल सारी बाणी इहो ही कहंदी आ, इहदे चरनां दे प्यार दे दुआले ही घुमदी आ। क्यों जिवें शब्द भी आउंदा, साडा चित चरना ना जोड़ी, चरना दी मौज बड़ी। क्योंकि सारा कुछ इहदे चरना च ही आ, उस तो उपर ते कुछ भी नहीं आ। और इस दे नाल ही मैं हुण साहब दे चरना च 3 नंबर ग्रंथ दी 2 लाइनां दी बेनती रखूंगी। प्रभ नेड़े क्यों वसियों दूर, या प्रभ नेड़े क्यों वसियों दूर। पंद मुकैया जन्म जन्म दे बख्श कसूर, जन्म जन्म दे बख्श कसूर। बख्शिश रहमत तेरा सच दस्तूर, बख्शिश रहमत तेरा सच दस्तूर। बख्शिश रहमत चरण तूड़, बख्शिश रहमत चरण तूड़।
हो साचे हर तेरा वड भंडारा, साचे हर तेरा वड भंडारा, सब तो बाहरा, फिर भी वासे सब तो बाहरा, सब तो बाहरा, फिर भी वासे सब तो बाहरा। कदी गोपत कदी जाहरा, कदी गुपत कदी जाहरा, कदी गुपत कदी जाहरा, कदी गुपत कदी जाहरा। ज्योति ज्योत स्वरूप हार, ज्योति ज्योत स्वरूप हार, ज्योति ज्योत स्वरूप हार, ज्योति ज्योत स्वरूप हार। आप अपनी कृपा कर, आप अपनी कृपा कर, आप अपनी कृपा कर, आप अपनी कृपा कर। कोटन कोट निमस्कारा, कोटन कोट निमस्कारा, इस दे नाल ही माफ़ी चाहनी हाँ और शहनशाह जी के चरणों चों माफ़ी मांगदी हाँ। और इसकी चरण धूड़ ही सब कुछ आ, इस दे चरणों का स्पर्श ही, चरणों की मौज ही सब कुछ आ।